पानी नहीं पीना दीदी, तुसी भी गलत कर रहे हो। जाके मैं सवाल पूछा ना, मैनू जवाब भी ना मिले। ਅੱਜ ਸਾਡੇ ਮਾਨਯੋਗ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਜੀ ਕਸ਼ਮੀਰ ਪਹੁੰਚੇ ਨੇ, ਜੋ ਉੱਥੇ ਸਾਡੀ ਇੱਕ ਭੈਣ ਨਾਲ ਉੱਥੇ ਜਿਹੜਾ ਗਲਤ ਹੋਇਆ ਹੈਗਾ ਉਹਦੇ ਵਾਸਤੇ। ਲੇਕਿਨ ਮੈਨੂੰ ਇਹ ਨਹੀਂ ਸਮਝ ਆਉਂਦਾ ਮਨਜਿੰਦਰ ਸਿੰਘ ਸਿਰਸਾ ਜੀ, ਆਪ ਹਮੇਸ਼ਾ ਦੋ ਅੱਖਾਂ ਨਾਲ ਕਿਉਂ ਵੇਖਦੇ ਹੋ? ਜਿਹੜੀ ਤੁਹਾਡੀ ਇੱਥੇ ਭੈਣ ਰਕਾਬਗੰਜ ਸਾਹਿਬ 6 ਦਿਨਾਂ ਤੋਂ ਬੈਠੀ ਹੋਈ ਹੈ ਕਿ ਮੈਂ ਤੁਹਾਡੀ ਭੈਣ ਨਹੀਂ ਹੈ, ਮੈਂ ਸੁੱਕੀਆਂ ਨਾਲ ਇੱਥੇ ਧੱਕਾ ਮੁੱਕੀ ਹੋਈ, ਅਪਸ਼ਬਦ ਬੋਲੇ ਗਏ, ਉਹਦੀ ਤੇ ਆਪ ਜੀ ਨੇ ਇੱਕ ਵਾਰੀ ਵੀ ਆਪਣੇ ਪ੍ਰਬੰਧਕਾਂ ਨੂੰ ਇਹ ਨਹੀਂ ਬੋਲਿਆ ਕਿ ਮਾਫੀ ਮੰਗੋ। मैं नहीं जावांगी, मैं नहीं जावांगी। तो बंदा नहीं साल खराब हो भाई, बड़ी की हो रहा है तेरे नाल सर्कल लगे तो भाई ਉਹਨਾਂ ਨਾਲ ਗਲਤ ਹੋਇਆ। 6 ਦਿਨ ਹੋ ਗਏ ਮੈਨੂੰ, 5 ਰਾਤਾਂ ਇੱਥੇ ਮੈਨੂੰ ਬੀਤ ਚੁੱਕੀਆਂ, ਲੇਕਿਨ ਇੱਥੇ ਤੱਕ ਆਪ ਨਹੀਂ ਪਹੁੰਚ ਪਾਏ, ਲੇਕਿਨ ਆਪ ਕਸ਼ਮੀਰ ਪਹੁੰਚ ਗਏ। ਔਰ ਇਹਦੇ ਨਾਲ ਹੀ ਮੈਂ ਆਪਣੇ ਸਾਬਕਾ ਪ੍ਰਧਾਨਾਂ ਨੂੰ ਵੀ ਕਹਿੰਦੀ ਹਾਂ, ਚਾਹੇ ਪਰਮਜੀਤ ਸਿੰਘ ਸਰਨਾ ਜੀ ਹੋਣ, ਚਾਹੇ ਹਰਿੰਦਰ ਸਿੰਘ ਸਰਨਾ ਜੀ ਹੋਣ, ਚਾਹੇ ਮਨਜੀਤ ਸਿੰਘ ਜੀਕੇ ਜੀ ਹੋਣ, ਉੱਦਾਂ ਤੇ ਆਪ ਹਰ ਜਗ੍ਹਾ ਤੇ ਮੁਜ਼ਾਹਰੇ ਕਰਨ ਚਲੇ ਜਾਂਦੇ ਹੋ। ਹਰ ਜਗ੍ਹਾ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਤੁਹਾਨੂੰ ਵੀ ਕਿਸੇ ਨੂੰ ਨਹੀਂ ਦਿਖਿਆ ਕਿ 6 ਦਿਨਾਂ ਤੋਂ ਤੁਹਾਡੀ ਇੱਕ ਬੱਚੀ ਇੱਥੇ 6 ਦਿਨਾਂ ਤੋਂ ਰਕਾਬਗੰਜ ਸਾਹਿਬ ਗੁਰਦੁਆਰਾ ਸਾਹਿਬ ਰਾਤ ਦਿਨ ਬੈਠੀ ਹੋਈ ਹੈ। ਆਪ ਜੀ ਨੂੰ ਕਿਸੇ ਨੂੰ ਇੱਥੇ ਆਉਣ ਦਾ ਨਹੀਂ ਪਤਾ, ਕਿਸੇ ਨੂੰ ਹੱਕ ਔਰ ਸੱਚ ਦੀ ਲੜਾਈ ਲੜਨ ਦਾ ਨਹੀਂ ਪਤਾ। ਜੇ ਇੱਥੇ ਤੁਹਾਡੀ ਭੈਣ ਨਾਲ ਬਦਸਲੂਕੀ ਹੁੰਦੀ ਹੈ ਤੇ ਇੱਥੇ ਆਵਾਜ਼ ਚੁੱਕਣ ਵਾਸਤੇ ਕੋਈ ਨਹੀਂ ਹੈ, ਲੇਕਿਨ ਅਗਰ ਬਾਹਰ ਕੋਈ ਬਦਸਲੂਕੀਆਂ ਹੁੰਦੀਆਂ ਤਾਂ ਉੱਥੇ ਸਾਰੇ ਪਹੁੰਚ ਜਾਂਦੇ ਨੇ, ਚਾਹੇ ਮੌਜੂਦਾ ਪ੍ਰਧਾਨ ਹੋਣ, ਚਾਹੇ ਸਾਬਕਾ ਪ੍ਰਧਾਨ ਹੋਣ। ਲੇਕਿਨ ਜੇ ਤੁਹਾਡੀ ਦਿੱਲੀ ਦੇ ਵਿੱਚ ਹੀ, ਤੁਹਾਡੇ ਆਪਣੀ ਦਿੱਲੀ ਸਿੱਖ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਵਿੱਚ ਰਕਾਬਗੰਜ ਸਾਹਿਬ ਗੁਰਦੁਆਰੇ ਦੇ ਵਿੱਚ ਤੁਹਾਡੀ ਭੈਣ 6 ਦਿਨਾਂ 5 ਰਾਤਾਂ ਤੋਂ ਇੱਥੇ ਬੈਠੀ ਹੈ, ਲੇਕਿਨ ਇੱਥੇ ਪੁੱਛਣ ਵਾਲਾ ਕੋਈ ਨਹੀਂ, ਨਾ ਮੌਜੂਦਾ ਪ੍ਰਧਾਨ ਤੇ ਨਾ ਸਾਬਕਾ ਪ੍ਰਧਾਨ। ਕਿੱਥੇ ਇਨਸਾਫ ਹੈਗਾ? ਹੁਣ ਸਿਰਸਾ ਸਾਹਿਬ ਚਲ ਗਏ ਕਸ਼ਮੀਰ ਪ੍ਰਧਾਨ ਆ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ, ਉਹ ਕਿਸੇ ਦੀ ਬੇਟੀ ਸੀ ਨਾ, ਕਿ ਇਹ ਮਨਪ੍ਰੀਤ ਕੌਰ ਬੇਟੀ ਨਹੀਂ ਕਹਦੀ, ਇਹ ਸਿੱਖ ਕੌਮ ਦੀ ਧੀ ਨਹੀਂ ਹੈ ਕਿ ਇਹਦਾ ਤੁਹਾਡਾ ਫਰਜ਼ ਨਹੀਂ ਬਣਦਾ ਕਿ ਤੁਸੀਂ ਆਪਣੀ ਧੀ ਨੂੰ, ਆਪਣੀ ਬੇਟੀ ਨੂੰ ਸੈਟੀਸਫਾਈ ਕਰੋ? ਕਿਉਂ ਤੁਸੀਂ ਆਪਣੇ ਦਫ਼ਤਰ 'ਚ ਧਮਕਾਉਂਦੇ ਹੋ? ਤੁਸੀਂ ਹੁੰਦੇ ਕੌਣ ਹੋ ਧਮਕਾਉਣ ਵਾਲੇ? ਤੁਹਾਡੀ ਕੀ ਪਾਇਆ? ਤੁਸੀਂ ਸੇਵਕ ਹੋ ਗੁਰੂ ਘਰ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ। 7 ਜੂਨ ਨੂੰ ਸਵਾਲ ਪੁੱਛਣ ਗਏ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਦੇ ਨਾਲ ਕੁਝ ਬੀਬੀਆਂ ਜਦ ਪਹੁੰਚਦੀਆਂ ਤਾਂ ਮਾਈ ਭਾਗੋ ਸਤਸੰਗ ਸਭਾ ਵੱਲੋਂ ਜੋ ਕੁਝ ਬੀਬੀਆਂ ਪਹੁੰਚਦੀਆਂ, ਉਹਨਾਂ ਦੇ ਨਾਲ ਜੋ ਬਦਸਲੂਕੀ ਹੁੰਦੀ ਹੈ ਉਸ ਦੇ ਉੱਪਰ ਕਈ ਦਿਨਾਂ ਤੋਂ ਧਰਨਾ ਲਗਾ ਕੇ ਬੈਠੀ ਬੀਬੀ ਮਨਪ੍ਰੀਤ ਕੌਰ ਨੇ ਕੱਲ ਇੱਕ ਵੀਡੀਓ ਵਾਇਰਲ ਕੀਤੀ ਸੀਗੀ, ਜਿਸ ਦੇ ਵਿੱਚ ਉਹਨਾਂ ਵੱਲੋਂ ਕੁਝ ਸਵਾਲ ਪੁੱਛੇ ਗਏ ਸੀਗੇ ਕਿ ਮਨਜਿੰਦਰ ਸਿੰਘ ਸਿਰਸਾ ਜੇ ਜੰਮੂ ਦੀ ਬੇਟੀਆਂ ਵਾਸਤੇ ਪਹੁੰਚਦੇ ਨੇ ਤਾਂ ਦਿੱਲੀ ਦੀ ਆਪਣੀ ਭੈਣਾਂ ਨੂੰ ਵੀ ਜ਼ਰੂਰ ਉਹ ਯਾਦ ਰੱਖਣ। ਉਸ ਤੋਂ ਇਲਾਵਾ ਸਾਬਕਾ ਪ੍ਰਧਾਨਾਂ ਨੂੰ ਵੀ ਉਹਨਾਂ ਵੱਲੋਂ ਕਿਹਾ ਗਿਆ ਸੀਗਾ, ਗੁਹਾਰ ਲਗਾਈ ਗਈ ਸੀਗੀ ਕਿ ਉਹ ਵੀ ਇੱਥੇ ਪਹੁੰਚਣ। ਹਾਲਾਂਕਿ ਬੀਬੀ ਮਨਪ੍ਰੀਤ ਕੌਰ ਜਾਗੋ ਪਾਰਟੀ ਦੇ ਕੈਂਡੀਡੇਟ ਵੀ ਨੇ, ਪਰ ਉਹਨਾਂ ਨੇ ਕਿਹਾ ਕਿ ਬਈ ਅਸੀਂ ਇਹ ਜੋ ਧਰਨਾ ਹੈ ਆਪਣੀ ਮਾਈ ਭਾਗੋ ਜਥੇਬੰਦੀ ਵੱਲੋਂ ਲਗਾਇਆ, ਜਿਸ ਦਾ ਜਾਗੋ ਪਾਰਟੀ ਨਾਲ ਕੋਈ ਸੰਬੰਧ ਨਹੀਂ। ਸੋ ਮਨਜੀਤ ਸਿੰਘ ਜੀਕੇ ਨੂੰ ਵੀ ਗੁਹਾਰ ਲਾਈ ਗਈ ਕਿ ਉਹ ਵੀ ਧਰਨੇ ਦੇ ਵਿੱਚ ਆ ਕੇ ਜ਼ਰੂਰ ਸਪੋਰਟ ਕਰਨ। ਸੋ ਅੱਜ ਮਨਜੀਤ ਸਿੰਘ ਜੀਕੇ ਵੀ ਇਸ ਧਰਨੇ ਦੇ ਵਿੱਚ ਜੋ ਨੇ ਪਹੁੰਚੇ ਨੇ ਔਰ ਜਾਗੋ ਪਾਰਟੀ ਵੱਲੋਂ ਬੀਬੀ ਮਨਪ੍ਰੀਤ ਕੌਰ ਦੀ ਸਪੋਰਟ ਕਰਨ ਦੇ ਵਿੱਚ। ਆਓ ਦੇਖਦੇ ਹਾਂ ਉਹਨਾਂ ਦਾ ਕੀ ਕਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜੰਮੂ ਕਸ਼ਮੀਰ ਭਵਨ ਤੇ ਧਰਨਾ ਮਾਰਨ ਤੋਂ ਬਾਅਦ ਰਕਾਬਗੰਜ ਸਾਹਿਬ ਮੱਥਾ ਟੇਕਣ ਆਏ ਹਾਂ ਔਰ ਇੱਥੇ ਬੀਬੀ ਮਨਪ੍ਰੀਤ ਕੌਰ, ਜਿਸ ਨੂੰ ਅੱਜ 7ਵਾਂ ਦਿਨ ਹੋ ਗਿਆ, ਉਹ ਕਿਸ ਲਈ ਬੈਠੀ ਹੈ? ਮਾਈ ਭਾਗੋ ਸੇਵਕ ਜਥੇ ਵੱਲੋਂ ਆਪਣੀਆਂ ਬੀਬੀਆਂ ਦੇ ਨਾਲ ਅੱਜ 7 ਦਿਨ ਗਰਮੀ 'ਚ, ਲੂ 'ਚ, ਮੀਂਹ 'ਚ ਇੱਥੇ ਬੈਠੀ ਹੈ। ਉਹ ਇਹੀ ਚਾਹੁੰਦੀ ਹੈ ਕਿ ਜਿਹੜੀ ਗਲਤੀ ਇਹਨਾਂ ਨੇ ਕੀਤੀ ਹੈ, ਜਿਹੜਾ ਮੀਡੀਆ ਦੇ ਕੈਮਰੇ ਖੋਏ ਨੇ, ਬੀਬੀਆਂ ਦੇ ਉੱਤੇ ਧੱਕਾ ਮੁੱਕੀ ਕੀਤੀ ਹੈ, ਅਪਸ਼ਬਦ ਵਰਤੇ ਗਏ ਨੇ, ਉਹਦੀ ਮਾਫੀ ਮੰਗੀ ਜਾਣੀ ਚਾਹੀਦੀ ਹੈ। ਮੈਂ ਸਮਝਦਾ ਵਾਂ ਕਿ ਉਹ 9ਵੇਂ ਪਾਤਸ਼ਾਹ ਦੇ ਸਥਾਨ ਤੇ ਹੱਕ ਮੰਗਣ ਲਈ ਬੈਠੀ ਹੈ। ਇਹਨਾਂ ਕੋਲੋਂ ਇੰਨਾ ਨਹੀਂ ਸਰਦਾ ਕਿ ਇੱਥੇ ਕੋਈ ਇਹ ਜੇ ਬੈਠੀ ਹੈ ਕੋ ਆ ਕੇ ਮਿਲ ਲਵੇ, ਇਹਦੀ ਜੋ ਡਿਮਾਂਡ ਆ ਉਹ ਸੁਣ ਲਵੇ, ਕੋਈ ਨਾ ਕੋਈ ਗੱਲ ਉਹਦੀ ਪੂਰੀ ਕਰ ਦਿੱਤੇ ਤਾਂ ਕਿ ਇਹ ਵੀ ਆਪਣੇ ਘਰ ਜਾਏ, ਬੱਚਿਆਂ ਵਾਲੀ ਹੈ। ਮੇਰਾ ਖਿਆਲ ਹੈ ਕਿ ਇਹ ਦਿੱਲੀ ਗੁਰਦੁਆਰਾ ਕਮੇਟੀ ਦੇ ਏਜੰਡੇ ਕੁਝ ਹੋਰ ਨੇ, ਮੰਤਵ ਕੁਝ ਹੋਰ ਨੇ। ਇਹਨਾਂ ਨੇ ਮਰਿਆਦਾ ਦੀ ਧੱਜੀਆਂ ਉਡਾਈਆਂ, ਇਹਨਾਂ ਨੇ ਸਾਰੇ ਉਲਟੇ ਕੰਮ ਕੀਤੇ ਨੇ ਔਰ ਇਹਨਾਂ ਨੂੰ ਬੀਬੀ ਦੇ ਇੱਥੇ ਬੈਠਣ ਦਾ ਕੋਈ ਫਰਕ ਨਹੀਂ ਹੈਗਾ। ਇਸ ਕਰਕੇ ਇਹ ਆਪਣੇ 에ਅਰ ਕੰਡੀਸ਼ਨ ਦਫ਼ਤਰਾਂ 'ਚ ਬੈਠੇ, ਬੀਬੀ ਇੱਥੇ ਲੂ 'ਚ ਬੈਠੀ ਹੈ, ਗਰਮੀ 'ਚ ਬੈਠੀ ਹੈ ਔਰ ਕਿਹਦੇ ਲਈ ਬੈਠੀ ਹੈ? ਹੱਕ ਲਈ ਬੈਠੀ ਹੈ ਆਪਣੇ। ਮੈਂ ਸਿਰਫ ਇੰਨੀ ਗੱਲ ਕਹਾਂਗੀ ਕਿ ਸ਼ਾਇਦ ਮੈਨੂੰ ਹੁਣ ਐਕਸਪਲੇਨ ਕਰਨ ਦੀ ਇਹ ਬਿਲਕੁਲ ਵੀ ਜ਼ਰੂਰਤ ਨਹੀਂ ਕਿ ਸਾਡੇ ਪ੍ਰਬੰਧਕ ਕਿੰਨੀ ਕੁ ਇੱਜ਼ਤ ਕਰਦੇ ਧੀ ਭੈਣ ਦੀ। ਬਾਹਰ ਜਾ ਕੇ ਚਾਹੇ ਉਹ ਜਿੰਨਾ ਮਰਜ਼ੀ ਦਿਖਾਣ ਕਿ ਅਸੀਂ ਆਪਣੀ ਭੈਣਾਂ ਵਾਸਤੇ ਲੜਨ ਜਾਂਦੇ ਹਾਂ,
ਲੇਕਿਨ ਇੱਕ ਭੈਣ ਇੱਥੇ ਵੀ 6 ਦਿਨ 7 ਦਿਨ ਹੋ ਗਏ ਬੈਠੀ ਹੋਈ ਨੂੰ, ਰਾਤ ਦਿਨ ਮੈਂ ਇੱਥੇ ਬੈਠੀ ਹਾਂ। ਲੇਕਿਨ ਸ਼ਾਇਦ ਇਹਨੂੰ ਜਾਂ ਤਾਂ ਮੈਨੂੰ ਉਹ ਭੈਣ ਨਹੀਂ ਸਮਝਦੇ ਜਾਂ ਫਿਰ ਉਹ ਗੱਲ ਨਹੀਂ ਕਰਨਾ ਚਾਹੁੰਦੇ, ਕਿਉਂਕਿ ਇੱਥੇ ਰਕਾਬਗੰਜ ਸਾਹਿਬ ਮੈਂ ਬੈਠੀ ਹੋਈ ਹਾਂ ਔਰ 2 ਮਿੰਟ ਵੀ ਉਹਨਾਂ ਕੋਲ ਟਾਈਮ ਨਹੀਂ ਹੈ ਇੱਥੇ ਆ ਕੇ ਮੇਰੇ ਨਾਲ ਗੱਲ ਕਰਨ ਦੀ ਜਾਂ ਇਸ ਗੱਲ ਤੇ ਅੱਗੇ ਜਿਹੜੀ ਵੀ ਅਸੀਂ ਬਣਦੀ ਕਾਰਵਾਈ ਅਸੀਂ ਜਿਹੜੀ ਮੰਗਦੇ ਪਏ ਹਾਂ ਉਹ ਕਰ ਸਕਣ। ਉਹਨਾਂ ਦਾ ਇਹੀ ਕਹਿਣਾ ਕਿ ਇਹ ਪੋਲੀਟੀਕਲ ਉਹਨਾਂ ਨੇ ਬਣਾ ਰੱਖਿਆ ਇਸ਼ੂ, ਕਿੰਨੇ ਜਾਗੋ ਪਾਰਟੀ ਵੱਲੋਂ ਕੀਤਾ ਜਾ ਰਿਹਾ, ਇਹਦੇ ਬਾਰੇ ਆਪ ਜੀ ਦਾ ਕੀ ਕਹਿਣਾ? ਮੈਂ ਤਾਂ ਸਿਰਫ ਇੰਨਾ ਕਹਿ ਸਕਦੀ ਹਾਂ ਕਿ ਗੁਰੂ ਮਹਾਰਾਜ ਦੇ ਦਰ ਤੇ ਬੈਠੀ ਹਾਂ ਔਰ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨ ਕੇ ਗੱਲ ਕਹਿੰਦੀ ਹਾਂ ਕਿ ਇੱਥੇ ਮੈਂ ਕੋਈ ਵੀ ਜਾਗੋ ਪਾਰਟੀ ਦੇ ਥਰੂ ਨਹੀਂ ਬੈਠੀ ਹੈਗੀ ਹਾਂ। ਮੈਂ ਸਿਰਫ ਔਰ ਸਿਰਫ ਮਾਈ ਭਾਗੋ ਸਤਸੰਗ ਸਭਾ ਦੀ ਜਿਹੜੀ ਦਾਸ ਹਾਂ ਉਸ ਰੂਪ ਤੇ ਇੱਥੇ ਬੈਠੀ ਹਾਂ, ਕਿਉਂਕਿ ਮਾਈ ਭਾਗੋ ਦੀ ਮੁੱਖ ਸੇਵਾਦਾਰ ਹੋਣ ਦੇ ਨਾਤੇ ਉਦੋਂ ਜਿਹੜੇ ਮੇਰੇ ਨਾਲ ਸੰਗਤ ਇੱਥੇ ਪਹੁੰਚਦੀ ਆ ਉਹਨਾਂ ਦੀ ਵੀ ਕਿਤੇ ਨਾ ਕਿਤੇ ਜ਼ਿੰਮੇਵਾਰੀ ਮੇਰੇ ਤੇ ਸੀ। ਔਰ ਕਿਉਂਕਿ ਮੀਡੀਆ ਜੋ ਵੀ ਉੱਥੇ ਕਵਰ ਕਰ ਰਿਹਾ ਸੀ, ਜੋ ਵੀ ਉਹਨਾਂ ਨਾਲ ਬਦਸਲੂਕੀ ਹੋਈ ਉਹ ਵੀ ਕਿਤੇ ਨਾ ਕਿਤੇ ਸਾਡੇ ਕਰਕੇ ਹੀ ਉਹਨਾਂ ਨੂੰ ਸਾਰਾ ਕੁਝ ਸਹਿਣਾ ਪਿਆ। ਇਸ ਕਰਕੇ ਮੁੱਖ ਸੇਵਾਦਾਰ ਹੋਣ ਦੇ ਨਾਤੇ ਇਹ ਲੜਾਈ ਮੈਂ ਲੜਦੀ ਪਈ ਹਾਂ ਔਰ ਇਹ ਲੜਾਈ ਮੈਂ ਉਦੋਂ ਤੱਕ ਲੜਦੀ ਰਵਾਂਗੀ ਜਦੋਂ ਤੱਕ ਜਨਤਕ ਇਹਨਾਂ ਤੋਂ ਵੱਲੋਂ ਮਾਫੀ ਨਹੀਂ ਮੰਗੀ ਜਾਏਗੀ, ਕਿਉਂਕਿ ਬੀਬੀ ਤਰਵਿੰਦਰ ਕੌਰ ਖਾਲਸਾ ਜੀ ਵੀ ਨਹੀਂ ਇਹ ਗੱਲ ਕਹੀ ਕਿ ਜੀ ਅਸੀਂ ਛੋਟੇ ਜਗ੍ਹਾ ਦੀਆਂ ਲੇਡੀਜ਼ ਹੈਗੀਆਂ ਤੇ ਸਾਨੂੰ ਬੋਲਣਾ ਨਹੀਂ ਆਉਂਦਾ। ਤੇ ਮੈਨੂੰ ਲੱਗਦਾ ਕਿ ਪਹਿਲੇ ਸਾਨੂੰ ਬੋਲਣ ਤੋਂ ਪਹਿਲੇ ਥੋੜਾ ਜਿਹਾ ਸੋਚ ਲੈਣਾ ਚਾਹੀਦਾ ਕਿ ਅਸੀਂ ਕਿਹੜੀਆਂ ਗੱਲਾਂ ਕਰ ਰਹੇ ਹੈਗੇ ਆ ਤੇ ਇਨ ਸਾਰੀ ਚੀਜ਼ਾਂ ਦੀ ਉਹਨਾਂ ਨੂੰ ਮਾਫੀ ਮੰਗਣੀ ਪਏਗੀ ਔਰ ਜਨਤਕ ਰੂਪ ਤੇ ਹੀ ਮੰਗਣਗੇ ਤਾਂ ਹੀ ਇਹ ਸਮੱਸਿਆ ਦਾ ਹੱਲ ਹੋਏਗਾ। ਨਹੀਂ ਤੇ ਮੈਂ ਇੱਥੇ ਬੈਠੀ ਹਾਂ ਜਦੋਂ ਤੱਕ ਗੁਰੂ ਮਹਾਰਾਜ ਨੇ ਸਵਾਸ ਦਿੱਤੇ ਆ ਮੈਂ ਇੱਥੇ ਬੈਠੀ ਰਵਾਂਗੀ, ਨਹੀਂ ਤਾਂ ਪ੍ਰਬੰਧਕਾਂ ਵੱਲੋਂ ਮਾਫੀ ਮੰਗੀ ਜਾਏਗੀ ਤਾਂ ਹੀ ਮੈਂ ਆਪਣੇ ਘਰ ਜਾਵਾਂਗੀ, ਨਹੀਂ ਤੇ ਨਹੀਂ ਜਾਵਾਂਗੀ। ਸਿਰਸਾ ਸਾਹਿਬ ਨੂੰ ਤੁਸੀਂ ਮਿਲਣਾ ਚਾਹੁੰਦੇ ਹੋ, ਕਾਲਕਾ ਸਾਹਿਬ ਜੀ ਨੂੰ ਮੈਂ ਇੱਥੇ ਮਿਲਣਾ ਚਾਹੁੰਦੇ ਹੋ, ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਜੀ ਹੁਣ ਤੇ ਮੈਂ ਗੱਲ ਕਵਾਂਗੀ ਜੀ ਇੰਨੀ ਗੱਲ ਜਾ ਚੁੱਕੀ ਹੈ ਤੇ ਸਿਰਸਾ ਸਾਹਿਬ ਨੂੰ ਮੈਂ ਕੀ ਮਿਲਾਂ, ਮੈਂ ਤੇ ਸਾਰੀ ਗੱਲ ਹੀ ਕਰਤੀ ਹੈ ਕਿ ਇੱਕ ਕਾਨਫਰੰਸ ਰੱਖੀ ਜਾਵੇ ਜਿਹਦੇ ਵਿੱਚ ਮੀਡੀਆ ਵੀ ਬੁਲਾਇਆ ਜਾਏ, ਜਿਹਦੇ ਵਿੱਚ ਮਾਈ ਭਾਗੋ ਦੀਆਂ ਸਾਰੀਆਂ ਬੀਬੀਆਂ ਬੁਲਾਈਆਂ ਜਾਣ ਔਰ ਮਾਈ ਭਾਗੋ ਜੀ ਦਾ ਨਾਮ ਲੈ ਕੇ ਮਾਫੀ ਮੰਗੀ ਜਾਏ। ਹਰਮੀਤ ਸਿੰਘ ਕਾਲਕਾ, ਤਰਵਿੰਦਰ ਕੌਰ ਖਾਲਸਾ ਜੀ ਔਰ ਉਹਨਾਂ ਦੇ ਜਿਹੜੇ ਉਦੋਂ ਮੈਂਬਰ ਸਾਹਿਬਾਨ ਸਨ ਉਹ ਸਾਰੇ ਜਨਤਕ ਰੂਪ ਤੇ ਮਾਫੀ ਮੰਗਣ। ਮੈਂ ਸਿਰਫ ਇੰਨਾ ਹੀ ਚਾਹੁੰਦੀ ਹਾਂ, ਮੈਨੂੰ ਕਿਸੇ ਨਾਲ ਮਿਲਣ ਦੇ ਮੈਨੂੰ ਜਿਹੜਾ ਇਹਨਾਂ ਨੇ ਟਾਈਮ ਹੀ ਨਹੀਂ ਦਿੱਤਾ ਮਿਲਣ ਦਾ, ਹੁਣ ਮੈਂ ਮਿਲ ਕੇ ਕੀ ਕਰਨਾ ਹੈ। ਜਿਹੜਾ ਫੈਸਲਾ ਉਹ ਮੈਂ ਦੱਸਦੀ ਪਈ ਹਾਂ ਕਿ ਇਹਨਾਂ ਨੂੰ ਜਨਤਕ ਰੂਪ ਤੇ ਮਾਫੀ ਮੰਗਣੀ ਪਏਗੀ, ਇਸ ਤੋਂ ਬਾਅਦ ਹੀ ਮੈਂ ਆਪਣੇ ਘਰ ਚਾਲੇ ਪਾਵਾਂਗੀ। ਅੱਜ ਇੱਥੇ ਕਿੰਨੇ ਸਰਦਾਰ ਮਨਜੀਤ ਸਿੰਘ ਜੀ ਕੇ ਪਰਮਜੀਤ ਸਿੰਘ ਰਾਣਾ ਤੇ ਉਹਨਾਂ ਦੇ ਪਾਰਟੀ ਦੇ ਹੋਰ ਹੀ ਨੁਮਾਇੰਦੇ ਆਉਂਦੇ ਨੇ ਤੁਹਾਨੂੰ ਸਪੋਰਟ ਕਰਨ ਦੇ ਬਾਰੇ ਤੁਹਾਡਾ ਕੀ ਕਹਿਣਾ? ਮੈਂ ਉਹਨਾਂ ਦਾ ਧੰਨਵਾਦ ਕਰਾਂਗੀ ਕਿਉਂਕਿ ਜਦੋਂ ਕੱਲ ਮਨਜਿੰਦਰ ਸਿੰਘ ਸਿਰਸਾ ਜੀ ਕਸ਼ਮੀਰ ਜਾਂਦੇ ਨੇ ਤੇ ਮੈਂ ਆਪਣੀ ਫੇਸਬੁੱਕ ਤੋਂ ਥੋੜੀ ਦੇਰ ਲਾਈਵ ਹੁੰਦੀ ਹੈ ਕਿਉਂਕਿ ਦਿਲ ਦੁਖਦਾ ਹੈ ਮੇਰਾ, ਤੇ ਉਸ ਟਾਈਮ ਮੈਂ ਇੱਕ ਡਿਮਾਂਡ ਕੀਤੀ ਸੀ ਕਿ ਸਾਡੇ ਸਿਰਸਾ ਸਾਹਿਬ ਵੀ ਇਸ ਚੀਜ਼ ਦਾ ਧਿਆਨ ਨਹੀਂ ਦੇ ਰਹੇ ਔਰ ਸਾਡੇ ਜਿਹੜੇ ਸਾਬਕਾ ਪ੍ਰਧਾਨ ਨੇ ਚਾਹੇ ਉਹ ਪਰਮਜੀਤ ਸਿੰਘ ਰਾਣਾ ਜੀ ਹੋਣ, ਚਾਹੇ ਰਵਿੰਦਰ ਸਿੰਘ ਰਾਣਾ ਜੀ ਹੋਣ, ਚਾਹੇ ਮਨਜੀਤ ਸਿੰਘ ਜੀ ਕੇ ਹੋਣ, ਜਦੋਂ ਇਹ ਕਿਤੇ ਵੀ ਮੁਜ਼ਾਹਰੇ ਕਰਨ ਜਾ ਸਕਦੇ ਤੇ ਅੱਜ 6-7 ਦਿਨ ਹੋ ਗਏ ਕਿ ਇਹਨਾਂ ਨੂੰ ਇਹਨਾਂ ਦੀ ਭੈਣ ਜਾਂ ਬੇਟੀ ਨਜ਼ਰ ਨਹੀਂ ਆ ਰਹੀ। ਇਹ ਹਰ ਜਗ੍ਹਾ ਤੇ ਮੁਜ਼ਾਹਰੇ ਕਰ ਸਕਦੇ ਕਿ ਮੇਰਾ ਸਪੋਰਟ ਨਹੀਂ ਕਰ ਸਕਦੇ। ਜੇ ਮੈਂ ਜਾਗੋ ਪਾਰਟੀ ਦਾ ਕੈਂਡੀਡੇਟ ਹਾਂ ਉਹ ਹੋਵਾਂਗਾ, ਮੈਂ ਬਾਅਦ ਚੋਂ ਹੋਵਾਂਗਾ, ਪਹਿਲੇ ਮੈਂ ਮਾਈ ਭਾਗੋ ਸਤਸੰਗ ਸਭਾ ਦੀ ਦਾਸ ਹੈਗੀ, ਮੁੱਖ ਸੇਵਾਦਾਰ ਨਹੀਂ ਹੈਗੀ, ਮੈਂ ਉਹਦੇ ਨਾਤੇ ਇੱਥੇ ਬੈਠੀ ਹਾਂ। ਤੇ ਮੈਂ ਸਮਝਦੀ ਸਿਰਫ ਸਾਬਕਾ ਪ੍ਰਧਾਨਾਂ ਦਾ ਹੀ ਨਹੀਂ, ਪਾਰਟੀਆਂ ਦਾ ਹੀ ਨਹੀਂ, ਉਹ ਹਰ ਜਥੇਬੰਦੀ, ਉਹ ਹਰ ਮੀਡੀਆ ਜਿੱਦਾਂ ਦੀ ਮੈਂ ਲੜਾਈ ਹੋਣ ਦੀ ਲੜਦੀ ਪਈ ਹਾਂ ਉਹਨਾਂ ਸਾਰਿਆਂ ਨੂੰ ਇੱਥੇ ਆਉਣਾ ਚਾਹੀਦਾ। ਔਰ ਸਿੱਖ ਜਿਹੜੇ ਸਾਡੇ ਭਾਈ ਭੈਣ ਨੇ ਜਿਹੜੇ ਕੌਮ ਦੇ ਅਸੀਂ ਕਹਿੰਦੇ ਅਸੀਂ ਖਾਲਸਾ ਹੈ ਤੇ ਅੱਜ ਕੋਈ ਆਵਾਜ਼ ਜੇ ਉਠਾਈ ਗਈ ਹੈ ਤੇ ਉਹਦੇ ਵਿੱਚ ਸਾਥ ਦੇਵੋ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕਦੀ ਵੀ ਕਿਸੇ ਮੀਡੀਆ ਨਾਲ ਜਾਂ ਬੀਬੀਆਂ ਦੇ ਨਾਲ ਬਦਸਲੂਕੀ ਨਾ ਹੋਵੇ। ਇਹ ਬਦਸਲੂਕੀ ਰੋਕਣ ਦਾ ਮੈਂ ਇੱਕ ਜਿਹੜਾ ਰਸਤਾ ਕੱਢਿਆ ਹੈਗਾ ਉਹਦੇ ਵਿੱਚ ਮੈਂ ਆਪ ਸਭ ਜੀ ਦਾ ਸੰਯੋਗ ਚਾਹੁੰਦੀ ਹਾਂ। ਇੰਨੀ ਕੁ ਗੱਲ ਕਹਿ ਕੇ ਜੀ ਅੱਗੇ ਜਦੋਂ ਤੱਕ ਮਨਜਿੰਦਰ ਸਿੰਘ ਸਿਰਸਾ ਜਾਂ ਕੋਈ ਵੀ ਕਮੇਟੀ ਦਾ ਮੈਂਬਰ ਜਿਹੜੀ ਤੁਸੀਂ ਕਹਿ ਰਹੇ ਹੋ ਪ੍ਰੈਸ ਕਾਨਫਰੰਸ ਕਰਕੇ ਮਾਫੀ ਨਹੀਂ ਮੰਗਦੇ ਉਦੋਂ ਤੱਕ ਤੁਸੀਂ ਇੱਥੇ ਹੀ ਬੈਠੇ ਰਹੋ? ਬਿਲਕੁਲ ਜੀ, ਮੈਂ ਇੱਥੇ ਬੈਠੀ ਰਵਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਦਿੱਲੀ ਦੀਆਂ ਵੱਖ-ਵੱਖ ਸਿੰਘ ਸਭਾਵਾਂ ਤੋਂ ਸੰਗਤ ਇੱਥੇ ਪਹੁੰਚੀ ਹੈ ਗੁਰਦੁਆਰਾ ਰਕਾਬਗੰਜ ਸਾਹਿਬ, ਜਿੱਥੇ ਬੀਬੀ ਮਨਪ੍ਰੀਤ ਕੌਰ ਜੀ ਪਿਛਲੇ 7 ਦਿਨ ਤੋਂ ਬੈਠੇ ਹੈ। ਜਿਹੜੀ ਬਦਸਲੂਕੀ ਪ੍ਰਬੰਧਕਾਂ ਵੱਲੋਂ ਕੀਤੀ ਗਈ ਹੈ, ਖਾਸ ਕਰਕੇ ਹਰਮੀਤ ਸਿੰਘ ਕਾਲਕਾ ਤੇ ਉਹਨਾਂ ਦੇ ਬੰਦਿਆਂ ਵੱਲੋਂ, ਇਹ ਬੜੀ ਸ਼ਰਮਨਾਕ ਗੱਲ ਹੈ ਕਿ ਇੱਕ ਅੰਮ੍ਰਿਤਧਾਰੀ ਬੀਬੀ ਨੂੰ ਧੱਕਾ ਕਰਨਾ, ਉਹਦੇ ਉਸ 'ਤੇ ਬਦਸਲੂਕੀ, ਜਿਹੜੀਆਂ ਵੀਡੀਓ ਅਸੀਂ ਦੇਖ ਰਹੇ ਹਾਂ ਜਿਹੜੀਆਂ ਹੁਣ ਆਈਆਂ ਨੇ ਬਾਹਰ, ਜਿਹਦੇ ਵਿੱਚ ਉਹਨਾਂ ਨਾਲ ਬਦਤਮੀਜ਼ੀ ਕੀਤੀ ਜਾ ਰਹੀ ਹੈ। ਮੈਨੂੰ ਲੱਗਦਾ ਕਿ ਜੇ ਸਿੱਖਾਂ ਦੇ ਹੱਕ ਦੀ ਗੱਲ ਕਰਨ ਦੀ ਗੱਲ ਕਰਦੀ ਕਮੇਟੀ ਤੇ ਇੱਥੇ ਅੰਮ੍ਰਿਤਧਾਰੀ ਬੀਬੀ ਪਿਛਲੇ 7 ਦਿਨ ਤੋਂ ਬੈਠੀ ਹੈ, ਸੰਗਤ ਆ ਰਹੀ ਹੈ, ਸੰਗਤ ਵੇਖ ਰਹੀ ਹੈ, ਸੰਗਤ ਸਮਝ ਰਹੀ ਹੈ, ਪਰ ਇਹਨਾਂ ਨੂੰ ਕਿਉਂ ਨਹੀਂ ਸਮਝ ਆ ਰਹੀ? ਮੈਨੂੰ ਲੱਗਦਾ ਕਿ ਅਗਰ ਜੇ ਮਾਫੀ ਮੰਗ ਕੇ ਇਹ ਕੋਈ ਛੋਟੇ ਨਹੀਂ ਹੋ ਜਾਣਗੇ। ਉਹਨਾਂ ਦੀ ਭੈਣ ਬੈਠੀ ਹੈ ਇੱਥੇ, ਇੱਕ ਅੰਮ੍ਰਿਤਧਾਰੀ ਬੀਬੀ ਬੈਠੀ ਹੈ। ਇੱਕ ਮੈਸੇਜ ਹੈ ਕਿ ਇੱਕ ਅੰਮ੍ਰਿਤਧਾਰੀ ਬੀਬੀ ਦਾ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਵਿੱਚ ਜੇ ਸਤਿਕਾਰ ਔਰ ਮਾਣ ਨਹੀਂ ਰੱਖਿਆ ਜਾਂਦਾ ਤੇ ਫਿਰ ਬਾਹਰ ਆਪਾਂ ਕਿਹੜੀ ਲੜਾਈ ਲੜਾਂਗੇ। ਸੋ ਮੈਂ ਉਮੀਦ ਕਰਦਾ ਕਿ ਪ੍ਰਬੰਧਕਾਂ ਨੂੰ ਸੱਚੇ ਪਾਤਸ਼ਾਹ ਸੋਝੀ ਬਖਸ਼ੇ ਔਰ ਉਹ ਆ ਕੇ ਇੱਥੇ ਮਾਫੀ ਮੰਗਣ ਔਰ ਇਹ ਭੈਣ ਜੀ ਵੀ ਆਪਣੇ ਘਰ ਜਾਣ ਸਕੇ। ਸਾਨੂੰ ਅਸੀਂ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਸਥਾਨ ਤੇ ਆਏ ਹਾਂ। ਅਰਦਾਸ ਵੀ ਕੀਤੀ ਹੈ ਗੁਰੂ ਸਾਹਿਬ ਕਿ ਪ੍ਰਬੰਧਕਾਂ ਨੂੰ ਸਮਤ ਬਖਸ਼ੋ। ਤੇ ਬੀਬੀ ਮਨਪ੍ਰੀਤ ਕੌਰ ਇੱਥੇ ਜਿਹੜੀ ਪ੍ਰਦਰਸ਼ਨ ਤੇ ਬੈਠੀ ਹੈ ਕਈ ਦਿਨਾਂ ਤੋਂ, ਔਰ ਵੀਡੀਓ ਵਿੱਚ ਜਿਹੜੀਆਂ ਵੀਡੀਓ ਆਈਆਂ ਬੜੀ ਸ਼ਰਮਨਾਕ ਤੇ ਉਹ ਮਾੜੀਆਂ ਵੀਡੀਓ ਆਈਆਂ, ਇਹ ਹੋਣਾ ਨਹੀਂ ਚਾਹੀਦਾ ਕਿਉਂਕਿ ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਸਥਾਨ ਹੈ, ਇਤਿਹਾਸਕ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ ਹੈਗਾ।
ਕਿਸ ਤਰੀਕੇ ਨਾਲ ਅਸੀਂ ਇੱਕ ਬੀਬੀ ਨੂੰ, ਕੁਝ ਬੀਬੀਆਂ ਜਿਹੜੀਆਂ ਬੀਬੀਆਂ ਤੁਹਾਡੇ ਕੋਲ ਇੱਕ ਕੁਐਸਚਨ ਸਵਾਲ ਪੁੱਛਣ ਆਈਆਂ, ਉਹਦਾ ਜਵਾਬ ਦੇਣ ਦੀ ਬਜਾਏ ਤੁਸੀਂ ਆਪਣੇ ਬੰਦਿਆਂ ਕੋਲੋਂ ਉਹਨਾਂ ਨੂੰ ਡਰਾਓ, ਧਮਕਾਓ, ਉਹਨਾਂ ਦੇ ਹੱਥੀਂ ਪੈਣ ਦੀ ਕੋਸ਼ਿਸ਼ ਕਰੋ। ਬੜੀ ਮੰਦਭਾਗੀ ਗੱਲ ਆ। ਮੈਂ ਹਰਮੀਤ ਸਿੰਘ ਕਾਲਕਾ ਨੂੰ ਕਹਿੰਦਾ ਕਿ ਕਾਲਕਾ ਸਾਹਿਬ, ਤੁਹਾਡੇ ਦਫ਼ਤਰ ਦੇ ਵਿੱਚ ਇਹ ਘਟਨਾ ਵਾਪਰੀ ਆ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ, ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਇੱਕ ਬੀਬੀ ਜੀ ਨਾਲ ਬੈਠ ਕੇ ਇਸ ਮਸਲੇ ਨੂੰ ਹੱਲ ਕਰੋ। ਉਹ ਬੀਬੀ ਵਿਚਾਰੀ ਬੈਠੀ ਆ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ, ਔਰ ਬਾਰ-ਬਾਰ ਐਲੀਗੇਸ਼ਨ ਲਗਾਏ ਜਾ ਰਿਹਾ ਕਿ ਦੇਖੋ ਜੀ ਇਹ ਜਾਗੋ ਪਾਰਟੀ ਇਹਨਾਂ ਪਿੱਛੇ ਆ, ਜਾਗੋ ਪਾਰਟੀ ਪਿੱਛੇ ਆ। ਜਾਗੋ ਪਾਰਟੀ ਹਰ ਇੱਕ ਉਸ ਬੀਬੀ ਦੇ ਪਿੱਛੇ ਆ ਜਿਹੜੀ ਬੀਬੀ ਨਾਲ ਧੱਕਾ ਹੋ ਰਿਹਾ। ਇਸ ਕਰਕੇ ਮੈਂ ਇੱਕੋ ਹੀ ਬੇਨਤੀ ਕਰਨਾ ਚਾਹਾਂਗਾ ਕਿ ਅਸੀਂ ਕਿਉਂਕਿ ਇਕੱਠੇ ਰਹੇ ਸੀ, ਕਿਉਂਕਿ ਧੀਆਂ ਭੈਣਾਂ ਸਤਿਕਾਰ ਸਾਡਾ ਫਰਜ਼ ਬਣਦਾ ਹੈਗਾ, ਤੇ ਹਰਮੀਤ ਸਿੰਘ ਕਾਲਕਾ ਨੂੰ ਚਾਹੀਦਾ ਕਿ ਉਹ ਇੱਥੇ ਆਣ ਕੇ ਬੀਬੀ ਜੀ ਕੋ ਨਾਲ ਗੱਲ ਕਰੇ, ਬੀਬੀ ਜੀ ਨਾਲ ਮਸਲਾ ਹੱਲ ਕਰੇ। ਜੇ ਕਿਤੇ ਮਾਫੀ ਮੰਗਣ ਦੀ ਵੀ ਲੋੜ ਪਏ, ਕਿ ਉਹ ਕਿਤੇ ਛੋਟੇ ਨਹੀਂ ਹੋ ਚੱਲੇ, ਤੁਹਾਡੀ ਕੁਰਸੀ ਨਹੀਂ ਚਲ ਜਾਣੀ, ਨਾ ਤੁਹਾਡੀ ਜਨਰਲ ਸੈਕਟਰੀ ਚਲ ਜਾਣੀ ਆ। ਇੱਕ ਬੀਬੀਆਂ ਦਾ ਮਾਣ ਸਤਿਕਾਰ ਹੋਏਗਾ, ਤੁਹਾਡਾ ਬੜੱਪਣ ਹੀ ਹੋਏਗਾ ਜੇ ਤੁਸੀਂ ਆਣ ਕੇ ਇਹ ਬੀਬੀ ਜੀ ਕੋ ਮਾਫੀ ਮੰਗਣ ਦਾ ਕੋਈ ਵੱਡੀ ਗੱਲ ਨਹੀਂ ਹੈਗੀ। ਔਰ ਅੱਗੇ ਤੋਂ ਇਸ ਗੱਲ ਦਾ ਧਿਆਨ ਰੱਖਿਆ ਜਾਏ। ਅੱਜ ਅਸੀਂ ਕਸ਼ਮੀਰ ਦੇ ਬੀਬੀਆਂ ਪਿੱਛੇ ਉਹਨਾਂ ਦੇ ਜੰਮੂ ਕਸ਼ਮੀਰ ਭਵਨ 'ਤੇ ਧਰਨਾ ਮਾਰ ਕੇ ਆਏ ਹਾਂ। ਉਹ ਬੀਬੀਆਂ ਸਾਡੀਆਂ ਹੈਗੀਆਂ। ਜੇ ਪਾਕਿਸਤਾਨ 'ਤੇ ਹੁੰਦਾ ਨਨਕਾਣਾ ਸਾਹਿਬ 'ਚ, ਉਹ ਬੀਬੀਆਂ ਸਾਡੀਆਂ। ਯੂਪੀ 'ਚ ਹੁੰਦਾ ਤਾਂ ਅਸੀਂ ਬੜਾ ਪਿੱਛੇ ਸੰਘਰਸ਼ ਕਰਦੇ ਹਾਂ, ਪੰਜਾਬ 'ਚ ਹੁੰਦਾ ਤਾਂ ਸੰਘਰਸ਼ ਕਰਦੇ ਹਾਂ। ਇਹ ਕਾਰਨ ਕੀ ਹੈ? ਅੱਜ ਤੁਸੀਂ ਚਲ ਗਏ ਹੋ, ਹੁਣ ਸਿਰਸਾ ਸਾਹਿਬ ਚਲ ਗਏ, ਕਸ਼ਮੀਰ ਪ੍ਰਧਾਨ ਆ ਦਿੱਲੀ ਸੇ ਗੁਰਦਾ ਕਮੇਟੀ ਦੇ, ਉਹ ਕਿਸੇ ਦੀ ਬੇਟੀ ਸੀ ਨਾ, ਕਿ ਇਹ ਮਨਪ੍ਰੀਤ ਕੌਰ ਬੇਟੀ ਨਹੀਂ ਕਹਦੀ, ਇਹ ਸਿੱਖ ਕੌਮ ਦੀ ਧੀ ਨਹੀਂ ਹੈ, ਕਿ ਤੁਹਾਡਾ ਫਰਜ਼ ਨਹੀਂ ਬਣਦਾ ਕਿ ਤੁਸੀਂ ਆਪਣੀ ਧੀ ਨੂੰ, ਆਪਣੀ ਬੇਟੀ ਨੂੰ ਸੈਟੀਸਫਾਈ ਕਰੋ? ਕਿਉਂ ਤੁਸੀਂ ਆਪਣੇ ਦਫ਼ਤਰ 'ਚ ਧਮਕਾਉਂਦੇ ਹੋ? ਤੁਸੀਂ ਹੁੰਦੇ ਕੌਣ ਹੋ ਧਮਕਾਉਣ ਵਾਲੇ? ਤੁਹਾਡੀ ਕੀ ਪਾਇਆ? ਤੁਸੀਂ ਸੇਵਕ ਹੋ ਗੁਰੂ ਘਰ ਦੇ। ਇਹ ਇਤਿਹਾਸਕ ਗੁਰਸਥਾਨ ਹੈ, ਇੱਥੇ ਗੁਰੂ ਸਾਹਿਬਾਂ ਨੇ ਚਰਨ ਪਾਇਆ। ਅਸੀਂ ਜਿੱਥੇ ਜੁਝਾਰੂ ਹਾਂ, ਜਿੱਥੇ ਅਸੀਂ ਸਾਡੀ ਕੌਮ ਬਹਾਦਰੀ ਦੇ ਮਿਸਾਲਾਂ ਪੈਦਾ ਕਰਦੀ ਹੈ, ਉੱਥੇ ਅਸੀਂ ਨਿਮਰਤਾ ਦੇ ਪੁੰਜ ਵੀ ਹੈਗੇ ਹਾਂ। ਔਰ ਨਿਮਰਤਾ ਦੇ ਗੁਰੂ ਸਾਹਿਬਾਂ ਨੇ ਸਾਨੂੰ ਨਿਮਰਤਾ ਸਿਖਾਈ ਹੈ। ਅਸੀਂ ਮਿਲ ਬੈਠ ਕੇ, ਬੀਬੀ ਨਾਲ ਮਿਲ ਬੈਠ ਕੇ, ਜੇ ਤੁਸੀਂ ਮਾਫੀ ਮੰਗ ਲਓਗੇ ਕਿ ਤੁਹਾਡੀ ਕੋਈ ਜਾਇਦਾਦ ਨਹੀਂ ਘਟਣ ਲੱਗੀ, ਨਾ ਹੀ ਤੁਹਾਡੇ ਕੋਲ ਗੱਡੀ ਕੋਈ ਛੰਜੇਗੀ, ਨਾ ਹੀ ਤੁਹਾਡੇ ਕੋਲ ਕੋਈ ਤੁਹਾਡਾ ਕੋਈ ਕਿਸੇ ਦਾ ਉਹਦਾ ਕੋਈ ਛਿਨ ਲੱਗਾ, ਇਹ ਮਾਫੀ ਮੰਗਣੀ ਮੈਂ ਸਮਝਦਾ ਕਿ ਇਸ ਗੱਲ ਨੂੰ ਜਿੰਨੀ ਜਲਦੀ ਹੋ ਸਕੇ ਖਤਮ ਕੀਤਾ ਜਾਵੇ ਔਰ ਸਾਡੀ ਭੈਣ ਨੂੰ ਸੈਟੀਸਫਾਈ ਕੀਤਾ ਜਾਵੇ। ਇਹੀ ਸਾਡੀ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਨਤਮਸਤਕ ਜੋ ਹੈ, ਅਰਦਾਸ ਵੀ ਕੀਤੀ ਹੈ ਕਿ ਇਹਨਾਂ ਪ੍ਰਬੰਧਕਾਂ ਨੂੰ ਸਮੱਤ ਬਖਸ਼ਣ ਜਿਹੜੇ ਇਹੋ ਜਿਹੀਆਂ ਹਰਕਤਾਂ ਦੇ ਉੱਤਰ ਆਏ। ਹਾਂਜੀ, ਸਤਨਾਮ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨ ਧੰਨ ਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ ਨਤਮਸਤਕ ਹੋਣ ਆਏ ਹਾਂ ਔਰ ਦੇਖਿਆ ਕਿ ਬੀਬੀ ਮਨਪ੍ਰੀਤ ਤੇ ਜੋ ਧੱਕਾ ਇਹਨਾਂ ਨੇ ਕਰਿਆ, ਇਹਨਾਂ ਦੀ ਕਮੇਟੀ ਵਿੱਚ ਉਹ ਸਵਾਲ ਪੁੱਛਣ ਗਏ ਸੀ, ਇਹਨਾਂ ਦਾ ਫਰਜ਼ ਬਣਦਾ ਸੀ ਕਿ ਉਹਨਾਂ ਦੇ ਸਵਾਲ ਦਾ ਜਵਾਬ ਦੇਣ, ਜਿਸ ਤਰ੍ਹਾਂ ਵੀ ਦੇਣ, ਔਰ ਮਾਫੀ ਨਾ ਮੰਗਦੇ ਉਹਨਾਂ ਦਾ ਸਵਾਲ ਦਾ ਜਵਾਬ ਦਿੱਤਾ ਜਾਣਾ ਚਾਹੀਦਾ ਸੀ। ਇਹਨਾਂ ਨੇ ਸਵਾਲ ਦਾ ਜਵਾਬ ਨਾ ਦੇ ਕੇ ਆਪਣੇ ਕਮਰੇ ਵਿੱਚ ਜਾ ਕੇ ਆਪਣੇ ਜੋ ਉੱਥੇ ਰੱਖੇ ਹੋਏ ਪੈਸਿਆਂ ਤੇ ਗੁੰਡੇ ਔਰ ਜਿੰਨੇ ਵੀ ਬੰਦੇ ਸੀ ਉਹਨਾਂ ਨੂੰ ਮੰਦੇ ਸ਼ਬਦ ਬੋਲੇ ਗਏ, ਜਿਹੜੇ ਕਿ ਅਸੀਂ ਇਸ ਵੇਲੇ ਪ੍ਰੈਸ ਵਾਲਿਆਂ ਨੂੰ ਬੋਲ ਨਹੀਂ ਸਕਦੇ। ਔਰ ਮੰਦੇ ਸ਼ਬਦਾਂ ਦੀ ਕਹਿਣ 'ਤੇ ਹੀ ਬੀਬੀ ਮਨਪ੍ਰੀਤ ਕੌਰ ਜੀ ਇੱਥੇ ਧਰਨੇ 'ਤੇ ਬੈਠੇ ਹੋਏ ਹਨ। ਅਸੀਂ ਹਰ ਬੀਬੀ ਦਾ, ਹਰ ਭੈਣ ਦਾ ਸਤਿਕਾਰ ਕਰਦੇ ਹਾਂ। ਆਪਣੇ ਧਰਮ ਤੋਂ ਇਲਾਵਾ ਦੂਜੇ ਧਰਮ 'ਤੇ ਵੀ ਕੋਈ ਤਸ਼ੱਦਦ ਹੋ ਰਿਹਾ ਹੋਵੇ ਕਿਸੇ ਬੀਬੀ ਭੈਣ 'ਤੇ ਅਸੀਂ ਖੜੇ ਹੁੰਦੇ ਹਾਂ। ਔਰ ਇਹ ਇੱਥੇ ਆਪਣੇ ਦਫ਼ਤਰ 'ਤੇ ਸਿਰਫ 100 ਫੁੱਟ ਦੀ ਦੂਰੀ 'ਤੇ ਬੈਠੇ ਆ ਔਰ ਇਹਨਾਂ ਨੂੰ ਇਹ ਸ਼ਰਮ ਨਹੀਂ ਆ ਰਹੀ ਕਿ ਇੱਕ ਵਾਰੀ ਆ ਕੇ ਮਾਫੀ ਮੰਗਣੀ ਤੇ ਕਿਆ ਗੱਲ ਆ। ਬੀਬੀ ਜੀ ਨੂੰ ਆ ਕੇ ਪੁੱਛ ਤੇ ਲੈਣ ਕਿ ਭੈਣ ਸਾਡੀ ਤੈਨੂੰ ਕੀ ਤਕਲੀਫ ਆ, ਕਿਸ ਦਰਦ ਲਈ ਬੈਠੇ ਆ, ਸਾਨੂੰ ਦੱਸੋ ਤੇ ਸਹੀ। ਦੱਸਣ ਦੀ ਬਜਾਏ ਉਲਟਾ ਕਿਸੇ ਨਾ ਕਿਸੇ ਕੋਲ ਧਮਕੀ ਦਿੱਤੀ ਜਾ ਰਹੀ ਆ, ਕਿਸੇ ਦੇ ਥਰੂ ਕੋਈ ਸਵਾਲ ਕੀਤਾ ਜਾ ਰਿਹਾ ਕਿ ਬੀਬੀ ਜੀ ਉੱਠ ਜਾਓ ਇੱਥੋਂ, ਤੁਹਾਡੇ ਕੋਲ ਕਿਸੇ ਨੇ ਨਹੀਂ ਆਉਣਾ। ਔਰ ਅਸੀਂ ਸਿਰਸਾ ਸਾਹਿਬ ਜੀ ਨੂੰ ਬੇਨਤੀ ਕਰਦੇ ਹਾਂ ਔਰ ਹਰਮੀਤ ਕਾਲਕਾ ਜੀ ਨੂੰ ਵੀ ਕਹਿੰਦੇ ਹਾਂ ਕਿ ਜੇ ਸਾਡੀ ਕਿਸੇ ਧੀ ਭੈਣ ਨਾਲ ਜੰਮੂ ਕਸ਼ਮੀਰ 'ਚ ਹੋਇਆ, ਅਸੀਂ ਉੱਥੋਂ ਤੱਕ ਜਾ ਰਹੇ ਹਾਂ, ਕਿਆ ਅਸੀਂ ਆਪਣੇ ਗੁਰਦੁਆਰੇ ਵਿੱਚ ਬੈਠੀ ਬੀਬੀ ਮਨਪ੍ਰੀਤ ਕੌਰ ਦੇ ਕੋਲ ਆਉਣ ਦੀ ਜ਼ਰੂਰਤ ਨਹੀਂ ਕਰਦੇ? ਸਾਨੂੰ ਕਿਸ ਚੀਜ਼ ਦੀ ਸ਼ਰਮ ਹੈ? ਕਿਹੜੀ ਅਸੀਂ ਗਲਤੀ ਕੀਤੀ ਆ ਜੋ ਬੀਬੀ ਮਨਪ੍ਰੀਤ ਕੌਰ ਤੁਸੀਂ ਨਹੀਂ ਪਹੁੰਚ ਪਾ ਰਹੇ? ਅਸੀਂ ਉਹਨੂੰ ਬੇਨਤੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ, ਦੇਖੋ ਇਸ ਟਾਈਮ ਇੰਨੀ ਗਰਮੀ ਵਿੱਚ ਉਹ ਦਿਨ ਰਾਤ, ਇਹ ਨਹੀਂ ਆ ਕਿ ਘੰਟਾ 2 ਘੰਟੇ, ਅੱਜ 7 ਦਿਨ ਹੋ ਗਏ ਆ, ਜੇ ਬਾਰਿਸ਼ ਆਈ ਤਾਂ ਵੀ ਉਹ ਬਾਹਰ ਰਹੇ,
ਜੇ ਗਰਮੀ ਆ ਤੇ ਇੰਨੀ ਤਪਦੀ ਗਰਮੀ ਵਿੱਚ ਆਪ ਏਸੀ ਕਮਰਿਆਂ ਵਿੱਚ ਬੈਠੇ ਹੋਏ ਆ, ਏਸੀ ਗੱਡੀਆਂ ਵਿੱਚ ਘੁੰਮ ਰਹੇ ਆ। ਇਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕੱਲ ਨੂੰ ਬੀਬੀ ਇੱਥੇ ਗਰਮੀ ਵਿੱਚ ਕੋਈ ਵੀ ਹਾਦਸਾ ਹੁੰਦਾ ਤੇ ਇਹ ਜ਼ਿੰਮੇਵਾਰ ਹੋਣਗੇ, ਜਲਦੀ ਤੋਂ ਜਲਦੀ ਆ ਕੇ ਬੀਬੀ ਜੀ ਨਾਲ ਵਾਰਤਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।